ਹੈਲੋ ਸਟੂਡੈਂਟਸ, ਅੱਜ ਅਸੀਂ ਪਾਠ 8ਵਾਂ ਬਾਕੀ ਸਭ ਸੁੱਖ ਸਾਂਦ ਹੈ, ਇਸ ਨੂੰ ਅਸੀਂ ਪੜ੍ਹਾਂਗੇ। ਇਹ ਜਿਹੜੀ ਕਹਾਣੀ ਹੈ ਸ਼੍ਰੀ ਮੋਹਨ ਭੰਡਾਰੀ ਜੀ ਦੀ ਲਿਖੀ ਹੋਈ ਹੈ ਅਤੇ ਕੀ ਹੈ ਇਸ ਕਹਾਣੀ ਵਿੱਚ, ਆਓ ਅਸੀਂ ਕਰੀਏ। ਮੋਹਨ ਸਿੰਘ ਪੜ੍ਹਿਆ ਲਿਖਿਆ ਮੁੰਡਾ। ਇਸ ਕਹਾਣੀ ਦਾ ਮੁੱਖ ਪਾਤਰ ਮੋਹਨ ਸਿੰਘ ਆਪਣੇ ਪਿੰਡ ਵਿੱਚ ਪੜ੍ਹਿਆ ਲਿਖਿਆ ਮੁੰਡਾ ਸੀ, ਜਿਸ ਕੋਲੋਂ ਸਾਰੇ ਪਿੰਡ ਦੇ ਲੋਕ ਚਿੱਠੀਆਂ ਲਿਖਵਾਉਂਦੇ ਸਨ। ਜੇਕਰ ਕਿਸੇ ਨੂੰ ਨਾ ਕਰ ਦਿੰਦਾ ਤਾਂ ਉਹ ਨਾਰਾਜ਼ ਹੋ ਜਾਂਦਾ। ਉਹ 5ਵੀਂ ਜਮਾਤ ਤੋਂ 10ਵੀਂ ਜਮਾਤ ਤੱਕ ਲਗਾਤਾਰ ਪਿੰਡ ਵਾਲਿਆਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ। ਉਹ ਮੂੰਹੋਂ ਦੱਸਦਾ ਕਿ ਹੁਣ ਉਹ ਚਿੱਠੀਆਂ ਲਿਖਦਾ ਅੱਕ ਗਿਆ ਹੈ। ਯਾਨੀ ਮੋਹਨ ਭੰਡਾਰੀ ਜੀ ਦੀ ਕਹਾਣੀ ਲਿਖੀ ਹੋਈ ਹੈ, ਜਿਹਦੇ ਵਿੱਚ ਉਹ ਪਿੰਡ ਦੀਆਂ ਚਿੱਠੀਆਂ ਲਿਖਦਾ ਸੀ 5ਵੀਂ ਕਲਾਸ ਤੋਂ ਹੀ। ਬਟ ਹੁਣ ਉਹ ਚਿੱਠੀਆਂ ਲਿਖ ਕੇ ਅੱਕ ਚੁੱਕਾ ਸੀ ਅਤੇ ਪਿੰਡ ਵਾਲਿਆਂ ਨੂੰ ਵਿੱਚ ਉਹ ਨਾ ਵੀ ਕਰਨ ਲੱਗ ਪਿਆ ਸੀ। ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ, ਯਾਨੀ ਉਹ ਕਿਸ ਪ੍ਰਕਾਰ ਦੀਆਂ ਚਿੱਠੀਆਂ ਲਿਖਦਾ ਸੀ। ਉਹ ਪਿੰਡ ਦੇ ਵੱਡੇ ਛੋਟੀਆਂ, ਕੁੜੀਆਂ ਬੁੜੀਆਂ ਸਭ ਦੀਆਂ ਚਿੱਠੀਆਂ ਲਿਖਦਾ ਸੀ। ਕੁੜੀਆਂ ਤਾਂ ਦੋਹੇ ਟੀਚਰਾਂ ਆਦਿ ਜੋੜ ਕੇ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸੀ, ਜਦ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ। ਪਰ ਉਹ ਛਾਤੀ 'ਤੇ ਹੱਥ ਧਰ ਕੇ ਅੱਖਾਂ ਮੀਚ ਕੇ ਕਹਿੰਦੀਆਂ, ਲਿਖ ਚਿੱਠੀ ਲਿਖਦੀ ਹਾਂ, ਚਿੱਠੀ ਲਿਖਦੀ ਹਾਂ, ਖੂਨ ਨਾਲ ਸਿਆਹੀ ਨਾ ਸਮਝਣਾ, ਮਰ ਗਈ ਹਾਂ ਤੇਰੀ ਯਾਦ ਵਿੱਚ ਜਿਉਂਦੀ ਨਾ ਸਮਝਣਾ। ਫਿਰ ਮੋਹਨ ਸਿੰਘ ਨੂੰ ਉਡੀਕਣਾ ਪੈਂਦਾ ਕਿ ਕਦੋਂ ਉਹ ਆਪਣੀ ਸਮਾਧੀ ਤੋੜ ਕੇ ਅਗਲੀ ਗੱਲ ਲਿਖਾਉਣਗੀਆਂ ਅਤੇ ਅੱਗੋਂ ਉਹ ਲਿਖਵਾਉਂਦੀਆਂ, ਇਹਨਾਂ ਪਰਦੇਸੀਆਂ 'ਤੇ ਨਾ ਕਰਨਾ ਇਤਬਾਰ ਲੋਕੋ, ਇਹ ਰੱਸੀ ਦਾ ਸੱਪ ਬਣਾ ਦਿੰਦੇ ਨੇ। ਯਾਨੀ ਕਿ ਇਸ ਤਰੀਕੇ ਦੀਆਂ ਕਹਾਵਤਾਂ ਸਿਰਫ ਉਹ ਪਾਉਂਦੀਆਂ ਸੀ ਆ ਕੇ, ਅਤੇ ਮੋਹਨ ਸਿੰਘ ਨੂੰ ਬੜਾ ਚਿਰ ਸੋਚ ਕੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਲਾਈਨਾਂ ਬਣਾ ਕੇ ਉਸ ਨੂੰ ਐਕਸਪਲੇਨ ਕਰਕੇ ਫਿਰ ਉਹ ਲਿਖਦਾ ਸੀ। ਤੋ ਇਸ ਤਰੀਕੇ ਦੀਆਂ ਚਿੱਠੀਆਂ ਜਿਹੜਾ ਸੀ ਮੋਹਨ ਭੰਡਾਰੀ ਲਿਖਦਾ ਜਿਹੜਾ ਸੀ ਉਹ ਆ ਰਿਹਾ ਸੀ। ਹਰ ਨਿੱਕਾ ਵੱਡਾ ਉਹਦੇ ਕੋਲ ਚਿੱਠੀ ਲਿਖਵਾਉਣ ਆਉਂਦਾ ਸੀ। ਨੈਕਸਟ, ਲੋਕ ਕਹਿੰਦੇ ਇਵੇਂ ਲਿਖ ਕੇ ਉਹ ਚਿੱਠੀ ਰਾਹੀਂ ਦੱਸ ਦੇਵੇ ਕਿ ਉਹ ਮਹੀਨੇ ਵਿੱਚ ਉਸ ਨੂੰ ਲੈਣ ਆ ਜਾਵੇ, ਭਾਵੇਂ ਨਾ ਹੀ ਆਵੇ ਪਰ ਚਿੱਠੀ ਰਾਹੀਂ ਦਿਲਾਸਾ ਤਾਂ ਦੇ ਦੇਵੇ। ਕਹਿੰਦੇ ਤੂੰ ਚਿੱਠੀ ਇਸ ਤਰੀਕੇ ਨਾਲ ਲਿਖੀ ਕਿ ਬੇਸ਼ੱਕ ਉਹ ਆਵੇ ਨਾ ਆਵੇ ਪਰ ਦਿਲਾਸੇ ਦੇ ਤੌਰ 'ਤੇ ਇੱਕ ਚਿੱਠੀ ਤਾਂ ਦੁਬਾਰਾ ਲਿਖ ਦੇਵੇ। ਉਹ ਇਸ ਤਰੀਕੇ ਦੀ ਚਿੱਠੀ ਤੂੰ ਲਿਖੀ। ਚਿੱਠੀਆਂ ਲਿਖ ਕੇ ਥੱਕ ਜਾਣਾ। ਮੋਹਨ ਸਿੰਘ ਲੋਕਾਂ ਦੀਆਂ ਵਾਰਿਸ ਸ਼ਾਹ ਦੀਆਂ ਬੈਂਤਾਂ, ਕਬੀਰ ਦੇ ਦੋਹਿਆਂ ਵਾਲੀਆਂ ਚਿੱਠੀਆਂ ਅਤੇ ਟੋਟਕਿਆਂ ਵਾਲੀਆਂ ਚਿੱਠੀਆਂ ਲਿਖ ਕੇ ਥੱਕ ਗਿਆ ਸੀ। ਕਈ ਵਾਰ ਲੋਕ ਕਹਿੰਦੇ ਕਿ ਸਾਨੂੰ ਦੂਜਿਆਂ ਵਾਂਗ ਟੋਟਕੇ ਨਹੀਂ ਲਿਖਵਾਉਂਦੇ ਹੁੰਦੇ। ਜੋ ਗੱਲ ਤੈਨੂੰ ਚੰਗੀ ਲੱਗਦੀ ਆ ਆਪੇ ਹੀ ਲਿਖ ਕੇ ਸਾਡੀ ਰਾਮ ਸਤ ਜ਼ਰੂਰ ਲਿਖ ਦੇਵੀਂ। ਉਹ ਪਰੇਸ਼ਾਨ ਹੋ ਜਾਂਦੇ ਕਿ ਉਹ ਕੀ ਲਿਖੇ। ਕਈ ਲੋਕ ਕਹਿੰਦੇ ਕਿ ਸਾਨੂੰ ਬਾਕੀਆਂ ਵਾਂਗ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਆਉਂਦੀਆਂ, ਜੋ ਤੈਨੂੰ ਸਹੀ ਲੱਗਦਾ ਬਾਕੀ ਉਹ ਗੱਲ ਲਿਖਦੇ, ਸਾਡੀ ਮਤਲਬ ਦੀ ਗੱਲ, ਅਤੇ ਐਂਡ ਵਿੱਚ ਜਿਹੜੀ ਹੈ ਰਾਮ ਜ਼ਰੂਰ ਸਾਡੀ ਜਿਹੜੀ ਹੈ ਉਹ ਲਿਖ ਦੇਵੀਂ। ਬੁੜੀਆਂ ਔਰਤਾਂ ਦੀਆਂ ਦੁੱਖੜੇ ਭਰੀ ਚਿੱਠੀਆਂ। ਬੁੜੀਆਂ ਆਪਣੇ ਦੁੱਖੜੇ ਭਰੀਆਂ ਚਿੱਠੀਆਂ ਲਿਖਵਾਉਂਦੀਆਂ ਸਨ, ਜਿਵੇਂ ਕਿਸੇ ਦੀ ਨੂੰਹ ਕਪੱਤੀ, ਕਿਸੇ ਦੀ ਧੀ ਦੁਖੀ, ਕਿਸੇ ਦਾ ਪੁੱਤ ਫੌਜ 'ਚ ਭਰਤੀ ਹੋ ਗਿਆ, ਕਿਸੇ ਦਾ ਹੱਥ ਤੰਗ ਸੀ, ਕਿਸੇ ਦੇ ਲੰਮੇ ਮੁਕੱਦਮੇ ਚੱਲ ਰਹੇ ਸਨ, ਕਿਸੇ ਦੀ ਧੀ ਲੰਮੀ ਬਿਮਾਰੀ ਦੇ ਕਾਰਨ ਪੇਕਿਆਂ ਦੇ ਘਰ ਬੈਠੀ ਸੀ ਅਤੇ ਕਿਸੇ ਦੇ ਸਹੁਰੇ ਉਸ ਨੂੰ ਲਿਜਾਂਦੇ ਨਹੀਂ ਸਨ। ਡਾਕਟਰ ਉਸ ਨੂੰ ਨਿੱਤ ਨਵੇਂ ਟੀਕੇ ਲਗਾ ਕੇ ਆਪਣਾ ਘਰ ਭਰ ਰਿਹਾ ਸੀ। ਉਹਨਾਂ ਲੋਕਾਂ ਨੂੰ ਦਿਨ ਬ ਦਿਨ ਕੰਗਾਲ ਕਰ ਰਿਹਾ ਸੀ। ਯਾਨੀ ਇਹ ਟੌਪਿਕ ਦੱਸੇ ਗਏ ਨੇ ਜਿਸ ਤਰੀਕੇ ਦੀਆਂ ਚਿੱਠੀਆਂ ਜਿਹੜੀਆਂ ਸੀ ਉਹ ਲਿਖਦਾ ਹੁੰਦਾ ਸੀ ਸ਼੍ਰੀ ਮੋਹਨ ਭੰਡਾਰੀ। ਲੋਕਾਂ ਨੇ ਦੁੱਖ ਲਿਖ ਕੇ ਦੁਖੀ। ਮੋਹਨ ਸਿੰਘ ਅਜਿਹੇ ਦੁੱਖੜਿਆਂ ਭਰੀ ਚਿੱਠੀਆਂ ਲਿਖ ਕੇ ਦੁਖੀ ਹੋ ਜਾਂਦਾ ਸੀ। ਉਹ ਲੋਕਾਂ ਦੇ ਰਾਜ਼ੀ ਹੋਣ ਬਾਰੇ ਅਤੇ ਖੁਸ਼ੀਆਂ ਮਨਾਉਣ ਬਾਰੇ ਸੋਚਦਾ ਕਿ ਨਾਲ ਸੋਚਦਾ ਕਿ ਉਹ ਪਾਸੋਂ ਲੋਕ ਸੋਹਣੀਆਂ ਗੱਲਾਂ ਲਿਖਾਉਣਗੇ। ਸੋਚਦਾ ਉਹ ਗੌਤਮ ਬੁੱਧ ਦੀ ਫਿਲਾਸਫੀ 'ਚ ਜਾ ਵੜਦਾ ਅਤੇ ਇਹ ਦੁਨੀਆ ਦੁੱਖਾਂ ਦਾ ਘਰ ਹੈ। ਕਦੀ ਉਹ ਸੋਚਦਾ ਕਿ ਉਹ ਪਿੰਡੋਂ ਭੱਜ ਜਾਵੇ, ਉਸ ਪਾਸੋਂ ਕੋਈ ਚਿੱਠੀ ਨਹੀਂ ਲਿਖਵਾਵੇਗਾ ਤਾਂ ਉਹ ਦੁੱਖ ਵੀ ਨਹੀਂ ਹੋਣਗੇ। ਉਹ ਕਦੀ ਉਮੀਦ ਕਰਦਾ ਕਿ ਲੋਕ ਮੇਰੇ ਕੋਲ ਚੰਗੀਆਂ ਚਿੱਠੀਆਂ ਲਿਖਵਾਉਣ ਵੀ ਆਉਣਗੇ। ਫਿਰ ਉਹ ਕਦੀ ਗੌਤਮ ਬੁੱਧ ਦੀ ਫਿਲਾਸਫੀ ਦੇ ਵਿੱਚ ਜਿਹੜਾ ਜਾ ਵੜਦਾ, ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਦਾ। ਫਿਰ ਉਹ ਕਹਿੰਦਾ ਕਿ ਇਹ ਦੁਨੀਆ ਦੁੱਖਾਂ ਦਾ ਘਰ ਹੈ। ਗੌਤਮ ਬੁੱਧ ਜਿਹੜੇ ਸੀ ਉਹ ਗੱਲ ਕਹਿ ਗਏ ਸੀ। ਲੋਕਾਂ ਨੂੰ ਮੋਹਨ ਸਿੰਘ 'ਤੇ ਵਿਸ਼ਵਾਸ। ਜਦੋਂ ਕਪੂਰੇ ਦਾ ਪੁੱਤਰ ਮੇਘਾ, ਮੇਲੋ ਦੀ ਧੀ ਸ਼ਰਬਤੀ ਅਤੇ ਨਾਈਆਂ ਦਾ ਘੋਟਾ ਇਹ ਵੀ 5ਵੀਂ ਜਮਾਤ 'ਚ ਹੋ ਗਏ ਤਾਂ ਮੋਹਨ ਸਿੰਘ ਪਿੰਡ ਦੇ ਲੋਕਾਂ ਨੂੰ ਇਸ਼ਾਰੇ ਨਾਲ ਸਮਝਾਉਂਦਾ ਕਿ ਉਹ ਉਹਨਾਂ ਲੋਕਾਂ ਕੋਲ ਚਿੱਠੀਆਂ ਲਿਖਵਾ ਲਿਆ ਕਰਨ, ਤਾਂ ਅੱਗੋਂ ਜਵਾਬ ਮਿਲਦਾ ਕਿ ਉਹ ਆਪਣੀ ਹਰ ਗੱਲ ਉਸ ਨਾਲ ਧੀਆਂ ਪੁੱਤਰਾਂ ਵਾਂਗ ਸਾਂਝੀਆਂ ਕਰ ਲੈਂਦੇ ਹਨ, ਆਪੇ ਦੁੱਖ ਸੁੱਖ ਫੋਲ ਲੈਂਦੇ ਹਨ।
ਜਦੋਂ ਮੋਹਨ ਸਿੰਘ ਚਿੱਠੀਆਂ ਲਿਖ ਲਿਖ ਕੇ ਅੱਕ ਜਾਂਦਾ ਸੀ ਤਾਂ ਉਹ ਕਹਿੰਦਾ ਕਿ ਹੁਣ ਕਪੂਰੇ ਦਾ ਪੁੱਤਰ ਮੇਘਾ, ਮੇਲੋ ਦੀ ਧੀ ਸ਼ਰਵਤੀ, ਨਾਈਆਂ ਦਾ ਕੋਠਾ, ਇਹ ਵੀ ਪੜ੍ਹ ਲਿਖ ਗਏ ਨੇ, ਇਹਦੇ ਕੋਲ ਜਾ ਕੇ ਚਿੱਠੀਆਂ ਲਿਖਵਾ ਲਿਆ ਕਰੋ। ਤਾਂ ਉਹ ਕਹਿੰਦੇ ਕਿ ਅਸੀਂ ਹਰ ਜਗ੍ਹਾ ਹਰ ਲੋਕਾਂ ਕੋਲ ਜਾ ਕੇ ਆਪਣੇ ਦੁੱਖ ਜਿਹੜੇ ਆ, ਸੁੱਖ ਜਿਹੜੇ ਨਹੀਂ ਫਰੋਲਣੇ, ਅਸੀਂ ਤੇਰੇ ਨਾਲ ਹੀ ਗੱਲਬਾਤ ਕਰਨੀ ਹੈ। ਤਾਂ ਮੋਹਨ ਦਾ ਪਛਤਾਵਾ, ਜਦੋਂ ਮੋਹਨ ਨੂੰ ਪਿੰਡ ਦੇ ਲੋਕ ਮੋਹਨ ਸਿਆਂ ਕਹਿ ਕੇ ਬੁਲਾਉਂਦੇ ਤਾਂ ਉਸ ਨੂੰ ਬਹੁਤ ਚੰਗਾ ਲੱਗਦਾ। ਇਹ ਸੋਚ ਕੇ ਨੀਵੀਂ ਪਾ ਲੈਂਦਾ ਕਿ ਮੈਨੂੰ ਸ਼ਰਮ ਜਿਹੀ ਆ ਜਾਂਦੀ ਕਿ ਮੋਹਨ ਸਿੰਘ ਨੂੰ ਪਛਤਾਉਂਦਾ ਕਿ ਮੈਂ ਚਿੱਠੀ ਲਿਖਣ ਤੋਂ ਕਿਉਂ ਨਾ ਕਰਦਾ, ਜਦ ਕਿ ਉਹ ਲੋਕ ਮੈਨੂੰ ਆਪਣੇ ਪਰਿਵਾਰ ਦਾ ਇੱਕ ਜੀਅ ਸਮਝਦੇ ਸਨ। ਹੁਣ ਬੇਟਾ ਇਹ ਸੀ ਇਸ ਕਹਾਣੀ ਦੀ ਪਹਿਲਾ ਪਾਰਟ, ਇਸ ਕਹਾਣੀ ਦਾ ਪਹਿਲਾ ਪਾਰਟ। ਅਗਲੇ ਪਾਰਟ ਦੇ ਵਿੱਚ ਬੇਟਾ ਅਸੀਂ ਜਿਹੜੀ ਉਹ ਇੱਕ ਹਰ ਕੌਰ ਦੀ ਜਿਹੜੀ ਕਹਾਣੀ ਸੀ, ਠੀਕ ਹੈ, ਜਿਹਦੇ ਵਿੱਚ ਜਾਗਰ ਦੀ ਮਾਂ ਦੀ ਗੱਲ ਕੀਤੀ ਗਈ ਸੀ, ਉਹਨੂੰ ਅਸੀਂ ਕੰਟੀਨਿਊ ਕਰਾਂਗੇ। ਇਸ ਪਾਰਟ ਵਿੱਚ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਮੋਹਨ ਸ਼੍ਰੀ ਭੰਡਾਰੀ ਸੀ, ਉਹ ਕੀ ਕੰਮ ਕਰਦਾ ਸੀ, ਕਦੋਂ ਤੋਂ ਚਿੱਠੀਆਂ ਲਿਖਦਾ ਆ ਰਿਹਾ ਸੀ। ਇਸ ਕਹਾਣੀ ਦੇ ਵਿੱਚ ਹੁਣ ਤੱਕ ਅਸੀਂ ਇਹ ਪੜ੍ਹਿਆ। ਨੈਕਸਟ ਵਿੱਚ ਅਸੀਂ ਜਿਹੜੀ ਜਾਗਰ ਜਿਹੜਾ ਮੁੰਡਾ ਸੀ, ਉਹਦੀ ਜਿਹੜੀ ਮਾਂ ਸੀ, ਉਹਦੀ ਜਿਹੜੀ ਕਹਾਣੀ ਜਿਹੜੀ ਸੀ ਉਹਨੂੰ ਅਸੀਂ ਕੰਟੀਨਿਊ ਕਰਾਂਗੇ ਹਰ ਕੌਰ ਦੀ। ਥੈਂਕ ਯੂ।